ਧੰਨ ਵਾਹਿਗੁਰੂ ਜੀਓ। ਫਰੀਦਾ ਪਿਛੜ ਰਾਤ ਨਾ ਜਾਗਿਓ, ਜੀ ਬੰਦੜੋ ਮੋਇਓ। ਜੇ ਤੈਂ ਰੱਬ ਵਿਸਾਰਿਆ, ਤਾਂ ਰੱਬ ਨਾ ਵਿਸਰਿਓ। ਜੇ ਤੈਂ ਰੱਬ ਵਿਸਾਰਿਆ, ਤਾਂ ਰੱਬ ਨਾ ਵਿਸਰਿਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਦਰਬਾਰ ਦੀਆਂ ਹਾਜ਼ਰੀਆਂ ਭਰ ਰਹੀ ਗੁਰੂ ਸਵਾਰੀ ਸਾਧ ਸੰਗਤ ਜੀਓ, ਬੜੇ ਸਤਿਕਾਰ ਨਾਲ ਆਪ ਜੀ ਨੇ ਗੁਰਬਾਣੀ ਦੇ ਪਾਠ ਅਤੇ ਕੀਰਤਨ ਗੁਰੂ ਸਵਾਰਿਆਂ ਪਾਸੋਂ ਸ਼ਰਵਣ ਕੀਤੇ ਹਨ। ਗੁਰੂ ਮਹਾਰਾਜ ਦੀ ਬਖਸ਼ਿਸ਼ ਦੇ ਪਾਤਰ ਬਣ ਕੇ ਆਪਾਂ ਸਾਰੇ ਹੀ ਇਹ ਯਤਨ ਕਰਦੇ ਹਾਂ ਕਿ ਸਤਿਗੁਰੂ ਮਹਾਰਾਜ ਦੀ ਬਾਣੀ ਦੇ ਉਪਦੇਸ਼ ਨੂੰ ਸੁਣ ਕੇ, ਗਾ ਕੇ, ਵਿਚਾਰ ਕੇ, ਸਤਿਗੁਰੂ ਦੇ ਪਾਵਨ ਉਪਦੇਸ਼ ਨੂੰ ਸਮਝ ਕੇ ਅਸੀਂ ਆਪਣੇ ਮਨ ਹਿਰਦੇ ਦੇ ਅੰਦਰ ਟਿਕਾ ਸਕੀਏ। ਇਸੇ ਹੀ ਯਤਨ ਅਤੇ ਉਪਰਾਲੇ ਅਨੁਸਾਰ ਬਾਬਾ ਸ਼ੇਖ ਫਰੀਦ ਸਾਹਿਬ ਜੀ ਦੀ ਬਾਣੀ ਦੀ ਲੜੀਵਾਰ ਕਥਾ ਵਿਚਾਰ ਰੋਜ਼ਾਨਾ ਦੇ ਇਹਨਾਂ ਦੀਵਾਨਾਂ ਦੇ ਵਿੱਚ ਆਪਾਂ ਸਮਝਣ ਦਾ ਯਤਨ ਕਰਦੇ ਹਾਂ। ਕੱਲ੍ਹ ਦੇ ਦੀਵਾਨ ਦੇ ਵਿੱਚ ਬਾਬਾ ਫਰੀਦ ਸਾਹਿਬ ਜੀ ਦੇ ਸ਼ਲੋਕਾਂ ਦੇ ਭਾਵ ਨੂੰ ਸਮਝਦਿਆਂ ਹੋਇਆਂ ਜੋ ਧੰਨ ਗੁਰੂ ਅਮਰਦਾਸ ਮਹਾਰਾਜ ਅਤੇ ਗੁਰੂ ਅਰਜਨ ਸਾਹਿਬ ਜੀ ਨੇ ਥਾਂ ਪੁਰ ਥਾਂ ਆਪਣੇ ਸ਼ਲੋਕ ਇਹਨਾਂ ਸ਼ਲੋਕਾਂ ਦੇ ਵਿੱਚ ਦਰਜ ਕੀਤੇ ਹਨ, ਨਾਲ ਦੀ ਨਾਲ ਉਹਨਾਂ ਦੇ ਅਰਥ ਭਾਵ ਨੂੰ ਵੀ ਆਪਾਂ ਜਾਣਨ ਦਾ ਯਤਨ ਕੀਤਾ ਹੈ। ਸੰਖੇਪ ਵਿੱਚ ਫਿਰ ਇੰਨਾ ਕੁ ਵਿਚਾਰ ਸਾਂਝਾ ਕਰ ਲਵਾਂ ਕਿ ਫਰੀਦ ਸਾਹਿਬ ਜੀ ਦੇ ਸ਼ਲੋਕਾਂ ਵਿੱਚ ਜਦੋਂ ਤੀਸਰੇ ਪਾਤਸ਼ਾਹ ਦਾ ਕੋਈ ਸ਼ਲੋਕ ਆਉਂਦਾ ਹੈ ਜਾਂ ਪੰਜਵੇਂ ਪਾਤਸ਼ਾਹ ਦਾ ਕੋਈ ਸ਼ਲੋਕ ਆਉਂਦਾ ਹੈ, ਇਸ ਗੱਲ ਦਾ ਮਤਲਬ ਇਹ ਬਿਲਕੁਲ ਨਹੀਂ ਹੈ ਕਿ ਫਰੀਦ ਸਾਹਿਬ ਜੀ ਦੇ ਸ਼ਲੋਕ ਵਿੱਚ ਜਾਂ ਉਪਦੇਸ਼ ਵਿੱਚ ਕੋਈ ਘਾਟ ਹੈ। ਤਾਂ ਕਿਤੇ ਜਾ ਕੇ ਮਹਾਰਾਜ ਗੁਰੂ ਅਮਰਦਾਸ ਸਾਹਿਬ ਜਾਂ ਗੁਰੂ ਅਰਜਨ ਸਾਹਿਬ ਜਾਂ ਤਥਾ ਕਿਸੇ ਹੋਰ ਮਹਾਂਪੁਰਖ ਨੂੰ ਉਹਨਾਂ ਦੀ ਗੱਲ ਪੂਰੀ ਕਰਨੀ ਪੈ ਰਹੀ ਹੈ, ਗੱਲ ਅਧੂਰੀ ਨਹੀਂ ਹੈ। ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਮਹਿਸੂਸ ਕੀਤਾ ਹੈ ਕਿ ਬਾਬਾ ਫਰੀਦ ਸਾਹਿਬ ਜੀ ਦੇ ਇਸ ਵਿਚਾਰ ਦੀ ਥੋੜ੍ਹੀ ਵਿਆਖਿਆ ਹੋਰ ਹੋਣੀ ਚਾਹੀਦੀ ਹੈ, ਤਾਂ ਕਿ ਗੱਲ ਦਾ ਡੂੰਘਾ ਭਾਵ ਜਿਹੜਾ ਹੈ ਉਹ ਛੇਤੀ ਸਮਝ ਵਿੱਚ ਆ ਸਕੇ। ਬਾਬਾ ਫਰੀਦ ਸਾਹਿਬ ਜੀ ਨੇ ਕੋਈ ਅਧੂਰਾ ਖਿਆਲ ਨਹੀਂ ਦਿੱਤਾ, ਕੋਈ ਅੱਧ ਪਚੱਧਾ ਖਿਆਲ ਨਹੀਂ ਦਿੱਤਾ, ਆਪਣੀ ਤਰਫੋਂ ਉਹਨਾਂ ਗੱਲ ਮੁਕੰਮਲ ਕੀਤੀ ਹੈ। ਤੁਸੀਂ ਕਈ ਵਾਰ ਨੋਟ ਕਰਨਾ, ਆਪਾਂ ਖੁਦ ਵੀ ਬੋਲ ਚਾਲ ਵਿੱਚ ਨਾ ਆਮ ਸਧਾਰਨ ਮਨੁੱਖ ਨਾਲ ਕੋਈ ਗੱਲ ਕਰਦੇ ਹਾਂ, ਕੋਈ ਗੱਲ ਕਹਿ ਜਾਈਏ ਅਤੇ ਦੂਸਰਾ ਛੇਤੀ ਵਿੱਚ ਉਹ ਸਾਡੀ ਗੱਲ ਦੇ ਮਤਲਬ ਨੂੰ ਨਾ ਸਮਝ ਸਕੇ ਅਤੇ ਆਪਾਂ ਨੂੰ ਖੁਦ ਆਪਣੀ ਗੱਲ ਐਕਸਪਲੇਨ ਕਰਨੀ ਪੈਂਦੀ ਵੀ ਮੈਂ ਆਹ ਕਹਿਣਾ ਚਾਹੁੰਦਾ ਹਾਂ, ਮੇਰਾ ਇਹ ਕਹਿਣ ਦਾ ਭਾਵ ਹੈ। ਉਹਨੂੰ ਫਿਰ ਆਪਾਂ ਥੋੜ੍ਹਾ ਜਿਹਾ ਹੋਰ ਵਿਆਖਿਆ ਕਰਕੇ, ਥੋੜ੍ਹਾ ਜਿਹਾ ਹੋਰ ਗੱਲ ਨੂੰ ਖੋਲ੍ਹ ਕੇ, ਗੱਲ ਥੋੜ੍ਹੀ ਲੰਮੀ ਕਰਕੇ, ਉਸ ਗੱਲ ਦਾ ਜਿੰਨਾ ਭਾਵ ਕਠਿਨ ਹੋਏਗਾ ਉਹਨੂੰ ਓਨੀ ਜ਼ਿਆਦਾ ਵਿਆਖਿਆ ਕਰਕੇ ਸਮਝਾਉਣਾ ਪਵੇਗਾ। ਇੱਕ ਸਧਾਰਨ ਜਿਹੀ ਸਾਡੇ ਜੀਵਨ ਦੇ ਵਿੱਚ ਇੱਕ ਵਾਰ ਨਹੀਂ, ਬੜੀ ਵਾਰ ਵਾਪਰਨ ਵਾਲੀ ਗੱਲ। ਬਾਬਾ ਫਰੀਦ ਸਾਹਿਬ ਜੀ ਨੇ ਜੋ ਕਿਹਾ ਉਹ ਖਿਆਲ ਬੜਾ ਉੱਤਮ ਹੈ, ਖਿਆਲ ਮੁਕੰਮਲ ਹੈ, ਬੜਾ ਉੱਚ ਦਰਜੇ ਦਾ ਹੈ, ਪਰ ਬੜੇ ਸੰਖੇਪ ਸ਼ਬਦਾਂ ਵਿੱਚ ਕਹਿ ਗਏ। ਤੀਸਰੇ ਪਾਤਸ਼ਾਹ ਮਹਾਰਾਜ ਨੇ ਮਹਿਸੂਸ ਕੀਤਾ ਵੀ ਪੜ੍ਹਨ ਵਾਲਾ ਪਾਠਕ ਹੋ ਸਕਦਾ ਇੰਨੀ ਛੇਤੀ ਪਕੜ ਨਾ ਬਣਾ ਪਾਏ, ਤਾਂ ਥੋੜਾ ਐਕਸਪਲੇਨ,
ਥੋੜ੍ਹਾ ਹੋਰ ਵਿਆਖਿਆ ਕਰਕੇ ਥੋੜ੍ਹਾ ਖੁੱਲ੍ਹੇ ਸ਼ਬਦਾਂ 'ਚ ਗੱਲ ਕਹਿ ਲਈ ਜਾਏ। ਧੰਨ ਸਤਿਗੁਰੂ ਗੁਰੂ ਅਮਰਦਾਸ ਮਹਾਰਾਜ ਦੇ ਸ਼ਲੋਕ ਵੀ ਆਪਾਂ ਪੜ੍ਹੇ ਨੇ, ਜਿਹੜੇ ਬਾਬਾ ਫਰੀਦ ਸਾਹਿਬ ਦੇ ਸ਼ਲੋਕਾਂ ਦੀ ਵਿਆਖਿਆ ਵਿੱਚ ਨੇ, ਅਤੇ ਗੁਰੂ ਅਰਜਨ ਸਾਹਿਬ ਦੇ ਵੀ ਆਪਾਂ ਨਾਲ ਦੀ ਨਾਲ ਵਿਚਾਰ ਰਹੇ। ਤੋ ਬਾਬਾ ਫਰੀਦ ਸਾਹਿਬ ਜੀ ਦੇ ਸ਼ਲੋਕਾਂ ਦੀ ਵਿਆਖਿਆ ਵਿੱਚ ਮਹਾਰਾਜ ਗੁਰੂ ਅਰਜਨ ਸਾਹਿਬ ਨੇ ਇੱਕ ਸ਼ਲੋਕ ਕਿਹਾ, ਫਰੀਦਾ ਗਰਭ ਜਿਨਾ ਵਡਿਆਈਆਂ, ਧਨ ਜੋ ਬਨਿਆਗਾ, ਖਾਲੀ ਚੱਲੇ ਧਣੀ ਸਿਉ, ਟਿੱਬੇ ਜਿਉ ਮੀਹਾ। ਫਿਰ ਇਹਦੇ ਨਾਲ ਫਿਰ ਅੱਗੇ ਜਾ ਕੇ ਬਾਬਾ ਫਰੀਦ ਸਾਹਿਬ ਦਾ ਸ਼ਲੋਕ ਦਰਜ ਕੀਤਾ, ਵਿਆਖਿਆ ਵਿਚਾਰ ਜਿਹੜਾ ਉਹ ਕਿਵੇਂ ਬਿਲਕੁਲ ਐਨ ਕੰਟੀਨਿਊ ਲਗਾਤਾਰ ਜਿਹੜਾ ਹੈ ਇੱਕ ਪ੍ਰੋਸੈਸ ਕਰਦਾ ਜਾ ਰਿਹਾ, ਵਿਚਾਰ ਦੀ ਲੜੀ ਨਹੀਂ ਟੁੱਟ ਰਹੀ, ਉਹਦੇ 'ਚ ਕੋਈ ਕਿਸੇ ਕਿਸਮ ਦੀ ਰੁਕਾਵਟ ਨਹੀਂ ਪੈਣ ਦਿੱਤੀ। ਫਰੀਦਾ ਤਿਨਾ ਮੁਖ ਡਰਾਵਣੇ, ਜਿਨ੍ਹਾਂ ਵਿਸਾਰਿਓ ਨਾਉ, ਐਥੈ ਦੁੱਖ ਘਨੇਰਿਆ, ਅੱਗੇ ਠੌਰ ਨਾ ਠਾਉ। ਤੇ ਇਸ ਸ਼ਲੋਕ ਤੋਂ ਬਾਅਦ ਫਿਰ ਬਾਬਾ ਫਰੀਦ ਸਾਹਿਬ ਦਾ ਸ਼ਲੋਕ ਅੱਗੇ ਦਰਜ ਹੈ, ਜਿਸ ਦਾ ਪਾਠ ਆਪ ਜੀ ਨੇ ਹੁਣੇ ਸੁਣਿਆ। 107 ਨੰਬਰ ਸ਼ਲੋਕ ਹੈ, ਜਿਸ ਵਿੱਚ ਉਹ ਫਰਮਾਉਂਦੇ ਹਨ, ਫਰੀਦਾ ਪਿਛਲ ਰਾਤ ਨਾ ਜਾਗਿਓ। ਪਿਛਲ ਰਾਤ ਦਾ ਮਤਲਬ ਹੁੰਦਾ ਰਾਤ ਦਾ ਪਿਛਲਾ ਪਹਿਰ, ਜਿਹਨੂੰ ਆਪਾਂ ਵੱਖਰੇ ਵੱਖਰੇ ਨਾਵਾਂ ਨਾਲ ਪ੍ਰਭਾਤ ਕਹਿ ਲਓ, ਸਵੇਰ ਕਹਿ ਲਓ। ਅਸੀਂ ਉਹਨੂੰ ਕਲਚਰਲ ਸਿੱਖ ਕਲਚਰ ਦੇ ਵਿੱਚ ਅਸੀਂ ਉਹਨੂੰ ਅੰਮ੍ਰਿਤ ਵੇਲਾ ਕਹਿੰਦੇ ਹਾਂ। ਉਹ ਵੇਲਾ ਜਿਸ ਨੂੰ ਅਸੀਂ ਗੁਰੂ ਦੀ ਬਾਣੀ ਨਾਲ ਜੁੜ ਕੇ ਅੰਮ੍ਰਿਤ ਸਮਾਨ ਬਣਾਉਂਦੇ ਹਾਂ, ਜਿੱਥੇ ਸਾਡਾ ਜੋ ਇਹਨੂੰ ਕਹਿ ਲਈਏ ਕਿ ਸਾਡਾ ਜੋ ਪ੍ਰੋਟੋਕਾਲ, ਸਾਡੀ ਜੋ ਮਰਿਆਦਾ, ਕੋਡ ਆਫ ਕੰਡਕਟ, ਉਹਦੇ ਵਿੱਚ ਸਾਨੂੰ ਜੋ ਜ਼ਿਕਰ ਕੀਤਾ ਗਿਆ ਵੀ ਇਵੇਂ ਪ੍ਰੈਕਟਿਸ ਕਰੋ, ਅਤੇ ਸਾਡੀ ਪ੍ਰੈਕਟਿਸ ਵਾਸਤੇ ਜੋ ਨਿਰਧਾਰਿਤ ਕੀਤੀ ਗਈ ਇੱਕ ਓਵਰਆਲ ਨਿਰਧਾਰਿਤ ਕੀਤਾ ਗਿਆ ਵਕਤ ਹੁੰਦਾ ਹੈ, ਉਹਨੂੰ ਕਿਹਾ ਗਿਆ ਹੈ ਅੰਮ੍ਰਿਤ ਵੇਲਾ, ਸਵੇਰ ਵੇਲਾ, ਪ੍ਰਭਾਤ ਵੇਲਾ। ਝਾਲਾਗਾ ਵੀ ਕਿਹਾ ਗਿਆ ਗੁਰਬਾਣੀ ਨੂੰ, ਝਾਲਾਗੇ ਉਠ ਨਾਮ ਜਪ, ਨਿਸਬਾ ਸੁਰਿਆ ਰਾਤ, ਕਾਰਾ ਤੁਝੈ ਨਾ ਵਿਆਪਈ, ਨਾਨਕ ਮਿਟੈ ਉਪਾਦ। ਪਰ ਸੰਖੇਪ ਵਿੱਚ ਦੋਵੇਂ ਪਾਖੀ ਆਪਾਂ ਥੋੜ੍ਹੇ ਥੋੜ੍ਹੇ ਸਮਝ ਲਈਏ ਕਿ ਜਦੋਂ ਕਿਸੇ ਚੀਜ਼ ਦੀ ਪ੍ਰੋਪਰ ਤੁਸੀਂ ਪ੍ਰੈਕਟਿਸ ਕਰਦੇ ਹੋ ਤਾਂ ਉਹਦੇ ਲਈ ਸਮਾਂ ਨਿਰਧਾਰਿਤ ਹੁੰਦਾ। ਆਪਾਂ ਕਿਤੇ ਵੀ ਵੇਖੀਏ, ਉਹਦੇ ਲਈ ਨਿਰਧਾਰਿਤ ਕੋਈ ਵੀ ਕੰਮ ਆਪਾਂ ਦੁਨੀਆ ਦਾ ਕੋਈ ਵੀ ਕਰਦੇ, ਅਸੀਂ ਈਵਨ ਆਪਣੇ ਖਾਣ ਤੱਕ ਦਾ ਸਮਾਂ ਨਿਰਧਾਰਿਤ ਕੀਤਾ ਹੋਇਆ ਵੀ ਕਿੰਨੇ ਵਜੇ ਅਸੀਂ ਸਵੇਰ ਦਾ ਬ੍ਰੇਕਫਾਸਟ ਕਰਦੇ ਹਾਂ, ਸਵੇਰ ਦਾ ਕੁਝ ਭੋਜਨ ਆਹਾਰ ਕਰਦੇ ਹਾਂ, ਕਿੰਨੇ ਵਜੇ ਲੰਚ ਕਰਦੇ ਹਾਂ, ਕਿੰਨੇ ਵਜੇ ਡਿਨਰ ਕਰਦੇ ਹਾਂ, ਕੀ ਅਸੀਂ ਖਾਣਾ ਹੈ ਕੀ ਨਹੀਂ ਖਾਣਾ, ਯਾਨੀ ਕਿ ਇਹ ਸਾਰਾ ਕੁਝ ਅਸੀਂ ਨਿਰਧਾਰਿਤ ਕੀਤਾ। ਡਾਕਟਰ ਵੀ ਸਾਨੂੰ ਜੋ ਦਵਾਈ ਦਿੰਦਾ ਤੇ ਸਮਾਂ ਸੀਮਾ ਜੀ ਨਿਰਧਾਰਿਤ ਕਰ ਦਿੰਦਾ ਵੀ ਤੁਸੀਂ ਦਿਨ 'ਚ 2 ਵਾਰ ਇਹਨੂੰ ਇਸ ਸਮੇਂ ਦੇ ਉੱਤੇ ਖਾਣ ਦਾ ਯਤਨ ਕਰਿਓ। ਕਿਤੇ ਜਾਣਾ ਹੈ ਤੇ ਸਮਾਂ ਨਿਰਧਾਰਿਤ ਹੈ, ਕਿਸੇ ਨੂੰ ਮਿਲਣਾ ਹੈ ਤੇ ਸਮਾਂ ਨਿਰਧਾਰਿਤ, ਹਰ ਚੀਜ਼ ਲਈ। ਕਿਸੇ ਸੰਸਥਾ ਵਿੱਚ ਚਲੇ ਜਾਈਏ, ਸਕੂਲ ਦਾ ਸਮਾਂ ਨਿਰਧਾਰਿਤ ਹੈ, ਕੋਰਟ ਦਾ ਸਮਾਂ ਨਿਰਧਾਰਿਤ ਹੈ। ਤੋ ਜੇ ਧਾਰਮਿਕ ਸੰਸਥਾ ਵਿੱਚ ਵੀ ਕੋਈ ਸਮਾਂ ਨਿਰਧਾਰਿਤ ਹੈ ਤੇ ਕੋਈ ਇਹੋ ਜਿਹੀ ਗੱਲ ਨਹੀਂ ਵੀ ਇਸ ਨੂੰ ਬਿਲਾ ਵਜ੍ਹਾ ਕਿਸੇ ਕਾਰਨ ਜਾਂ ਕੁਝ ਇਸ ਤਰ੍ਹਾਂ ਦੀ ਮਨ 'ਚ ਭਾਵਨਾ ਲਿਆ ਕੇ ਕ੍ਰਿਟੀਸਾਈਜ਼ ਕੀਤਾ ਜਾਏ। ਇਹ ਵੀ ਇੱਕ ਨਿਰਧਾਰਿਤ ਕੀਤੀ ਗਈ ਹੋਈ ਸਮਾਂ ਸਾਰਣੀ ਹੁੰਦੀ ਹੈ। ਜਦੋਂ ਤੁਸੀਂ ਕਿਸੇ ਚੀਜ਼ ਦਾ ਅਭਿਆਸ ਦੇ ਵਿੱਚ ਪੈਂਦੇ ਹੋ ਤਾਂ ਤੁਹਾਨੂੰ ਇੱਕ ਰੂਲ ਫੋਲੋ ਕਰਨਾ ਪੈਂਦਾ, ਆਪਣੇ ਆਪ ਨੂੰ ਕਿਸੇ ਦਾਇਰੇ ਵਿੱਚ ਲਿਆਉਣਾ ਪੈਂਦਾ, ਆਪਣੇ ਆਪ ਨੂੰ ਕਿਸੇ ਮਰਿਆਦਾ 'ਚ ਬੰਨ੍ਹਣਾ ਪੈਂਦਾ। ਤਾਂ ਉਹ ਜਿਹੜੀ ਸਮਾਂ ਸਾਰਣੀ ਹੈ ਸਾਡੀ ਮਰਿਆਦਾ ਦੀ, ਉਹਦੇ ਵਿੱਚ ਇਹਨੂੰ ਅੰਮ੍ਰਿਤ ਵੇਲੇ ਦਾ ਨਾਂ ਦਿੱਤਾ ਗਿਆ। ਹੁਣ ਮੈਂ ਦੂਜਾ ਪੱਖ ਵੀ ਸਾਂਝਾ ਕਰ ਲਵਾਂ ਵੀ ਉਹਦੇ 'ਚ ਤਾਂ ਹੈ ਜੇ ਤੁਸੀਂ ਇਸ ਭਾਵ ਦੀ ਪ੍ਰੈਕਟਿਸ ਵਿੱਚ ਹੋ ਤਾਂ ਤੁਹਾਡੇ ਲਈ ਉਹ ਅੰਮ੍ਰਿਤ ਵੇਲਾ ਹੈ। ਹੁਣ ਹੋ ਸਕਦਾ ਕੋਈ ਉਸ ਵੇਲੇ ਚੋਰੀ ਕਰਨ ਵੀ ਜਾ ਰਿਹਾ ਵੀ ਚਲੋ ਫਲਾਨਾ ਤਾਂ ਗੁਰਦੁਆਰੇ ਗਿਆ, ਘਰ ਖਾਲੀ ਹੋਣਾ, ਚੋਰੀ ਕਰ ਆਉਣਾ। ਹੁਣ ਜਿਹੜਾ ਗੁਰਦੁਆਰੇ ਬੈਠਾ, ਜਿਹੜਾ ਅਭਿਆਸ ਵਿੱਚ ਆ, ਉਹਦੇ ਲਈ ਤਾਂ ਅੰਮ੍ਰਿਤ ਵੇਲੇ ਦੀ ਕੋਈ ਤੁਕ ਬਣਦੀ ਹੈ, ਅਤੇ ਜਿਹੜਾ ਚੋਰੀ ਕਰਨ ਚਲਿਆ ਗਿਆ ਕੀ ਉਹਦਾ ਵੀ ਅੰਮ੍ਰਿਤ ਵੇਲਾ? ਨਹੀਂ, ਉਹਦਾ ਤਾਂ ਜ਼ਹਿਰ ਵੇਲਾ। ਉਹਦੇ ਵਾਸਤੇ ਉਹ ਵੇਲਾ ਨਾ ਤਾਂ ਅੰਮ੍ਰਿਤ ਹੈ, ਨਾ ਉਹ ਕਿਸੇ ਪ੍ਰੈਕਟਿਸ 'ਚ ਹੈ, ਨਾ ਉਹ ਕਿਸੇ ਅਭਿਆਸ 'ਚ ਹੈ। ਵੇਲਾ ਸਮਾਂ ਵੇਲਾ ਹੀ ਹੈ, ਸਮਾਂ ਸਾਰਾ ਇੱਕੋ ਜਿਹਾ, ਦੁਪਹਿਰ ਸ਼ਾਮ ਹਰ ਚੀਜ਼। ਪਰ ਮੇਰੇ ਲਈ ਉਹ ਵੇਲਾ ਅੰਮ੍ਰਿਤ ਕਦੋਂ ਹੈ? ਜਦੋਂ ਮੈਂ ਉਸ ਅਭਿਆਸ ਵਿੱਚ ਹਾਂ ਜਿਹੜਾ ਅਭਿਆਸ ਮੈਨੂੰ ਗੁਰੂ ਦੇ, ਸਤ ਸੰਗਤ ਦੇ, ਪਰਮੇਸ਼ਰ ਦੇ ਨੇੜੇ ਖੜਦਾ।
ਜੇ ਨਹੀਂ ਖੜਦਾ ਤਾਂ ਮੇਰੇ ਲਈ ਉਹਦੇ ਕੋਈ ਮਾਇਨੇ ਨਹੀਂ ਰਹਿ ਗਏ, ਮੇਰੇ ਲਈ ਉਹਦਾ ਕੋਈ ਅਰਥ ਨਹੀਂ ਰਹਿ ਗਿਆ। ਵੈਸੇ ਬਾਣੀ ਦਾ ਇਹ ਵਾਕ ਵੀ ਚੇਤੇ 'ਚ ਰੱਖੀਏ, ਜੇ ਵੇਲਾ ਵਕਤ ਵਿਚਾਰੀਐ ਤਾਂ ਕਿਤ ਵੇਲਾ ਭਗਤ ਹੋਏ। ਇੱਥੇ ਇਹ ਭਾਵ ਬਿਲਕੁਲ ਨਹੀਂ ਵੀ ਤੁਸੀਂ ਕੋਈ ਸਮਾਂ ਨਿਰਧਾਰਿਤ ਨਾ ਕਰੋ, ਇਹ ਐਸਾ ਤਾਂ ਕੋਈ ਮਹਾਰਾਜ ਨੇ ਮਨਾਹੀ ਨਹੀਂ ਕੀਤੀ ਨਾ। ਉੱਥੇ ਇਹ ਕਹਿ ਵੀ ਜੇ ਤੂੰ ਵਕਤ ਕੇਵਲ ਇਹ ਸੋਚੇ ਵੀ ਇਸ ਸਮੇਂ ਰੱਬ ਨੂੰ ਯਾਦ ਕਰਨ ਦਾ ਫਲ ਵਧੇਕ ਹੁੰਦਾ ਤੇ ਇਸ ਸਮੇਂ ਨਹੀਂ ਹੁੰਦਾ, ਤਾਂ ਮਹਾਰਾਜ ਕਹਿੰਦੇ ਤੂੰ ਭਰਮ ਵਿੱਚ, ਤੂੰ ਹੋਰ ਚੱਕਰ ਵਿੱਚ ਹੈ। ਜਾਂ ਇਸ ਵੇਲੇ ਰੱਬ ਨੂੰ ਯਾਦ ਕੀਤਾ ਪ੍ਰਵਾਨ ਹੈ, ਇਸ ਵੇਲੇ ਯਾਦ ਕੀਤਾ ਪ੍ਰਵਾਨ ਨਹੀਂ। ਜੇ ਤੂੰ ਐਸਾ ਭਰਮ ਰੱਖਦਾ ਹੈ ਨਾ ਸਮੇਂ ਦੇ ਬਾਰੇ ਆਪਣੇ ਮਨ ਵਿੱਚ, ਤਾਂ ਤੂੰ ਦੱਸ ਫਿਰ ਸਹੀ ਸਮਾਂ ਤੇਰੇ ਲਈ ਤੂੰ ਕਿਵੇਂ ਨਿਰਧਾਰਿਤ ਕੀਤਾ? ਜਿਹੜਾ ਸਮਾਂ ਤੂੰ ਕੀਤਾ ਵੀ ਇਸ ਸਮੇਂ 'ਚ ਰੱਬ ਖੁਸ਼ ਹੋ ਸਕਦਾ, ਇਸ ਸਮੇਂ 'ਚ ਨਹੀਂ ਹੋ ਸਕਦਾ। ਜੇ ਇਸ ਭਾਵਨਾ ਭਰਮ ਦੀ ਭਾਵਨਾ ਕਰਕੇ ਤੂੰ ਨਿਰਧਾਰਿਤ ਕੀਤਾ ਤਾਂ ਤੂੰ ਗਲਤ ਕੀਤਾ। ਤੇ ਜੇ ਤੂੰ ਅਭਿਆਸ ਵਾਸਤੇ, ਪ੍ਰੈਕਟਿਸ ਵਾਸਤੇ ਇੱਕ ਪ੍ਰੋਟੋਕਾਲ ਸਿਰਜਿਆ, ਇੱਕ ਰੂਲ ਬਣਾਇਆ, ਕੋਡ ਆਫ ਕੰਡਕਟ ਬਣਾਇਆ, ਉਹ ਇੱਕ ਵੱਖਰਾ ਟੌਪ, ਉਹਦੇ 'ਚ ਕੋਈ ਭਰਮ ਦੀ ਗੱਲ ਨਹੀਂ। ਉਸ ਮਨੁੱਖ ਦੀ ਸੌਖ ਵਾਸਤੇ, ਮਨੁੱਖ ਦੇ ਅਭਿਆਸ ਵਾਸਤੇ ਇੱਕ ਤੈਅ ਕੀਤੀ ਗਈ ਚੀਜ਼ ਹੁੰਦੀ ਹੈ। ਤੋ ਉੱਥੇ ਜਿਹੜਾ ਵਾਕ ਹੈ ਸਤਿਗੁਰੂ ਮਹਾਰਾਜ ਨੇ ਇੱਥੇ ਫਰਮਾਇਆ, ਕਹਿਣ ਲੱਗੇ ਪਿਛੜ ਰਾਤ ਨਾ ਜਗ, ਜਾਨੀ ਕਿ ਤੂੰ ਸੁਚੇਤ ਨਹੀਂ ਹੋਇਆ, ਤੂੰ ਗਾਫਲ ਹੋ ਕੇ ਖਾਣ ਅਤੇ ਸੌਣ ਵਿੱਚ ਜੇ ਆਪਣੇ ਜੀਵਨ ਦਾ ਸਮਾਂ ਗਵਾਉਂਦਾ ਰਿਹਾ ਵੀ ਖਾਣਾ ਅਤੇ ਸੌਣਾ ਦੋਵੇਂ ਚੀਜ਼ਾਂ ਸਰੀਰ ਦੇ ਆਰਾਮ ਨਾਲ ਜੁੜੀਆਂ ਨਾ, ਵੀ ਖਾਣਾ ਤੇ ਕੇਵਲ ਖਾਣਾ, ਚੰਗੇ ਤੋਂ ਚੰਗਾ, ਵਧੀਆ ਤੋਂ ਵਧੀਆ, ਮਹਿੰਗੇ ਤੋਂ ਮਹਿੰਗਾ ਖਾਣਾ, ਜਾਨੀ ਕਿ ਸਰੀਰ ਦੇ ਚਸਕੇ ਪੂਰੇ ਕਰ ਲੈਣੇ, ਤੇ ਕੇਵਲ ਸਰੀਰ ਨੂੰ ਆਰਾਮ ਦਿੰਦੇ ਰਹਿਣਾ, ਆਰਾਮ ਦਿੰਦੇ ਰਹਿਣਾ, ਜਾਨੀ ਕਿ ਕਦੇ ਵੀ ਅਭਿਆਸ ਵਿੱਚ ਨਾ ਪੈਣਾ। ਇਹ ਠੀਕ ਹੈ ਕਿ ਮਨ ਕਰਕੇ ਅਸੀਂ ਵਾਹਿਗੁਰੂ ਦੇ ਨੇੜੇ ਹੋਣਾ, ਪਰ ਸਰੀਰ ਦੀ ਪ੍ਰੈਕਟਿਸ ਤੇ ਸਰੀਰ ਦਾ ਅਭਿਆਸ ਆਪਣੀ ਥਾਂ ਉੱਤੇ ਹੁੰਦਾ। ਹੁਣ ਮੰਨ ਲਓ ਮੈਂ ਚਾਹਾਂ ਮੈਂ ਬਾਣੀ ਨਾਲ ਜੁੜਨਾ ਚਾਹੁੰਦਾ, ਤੇ ਉਹਦੇ ਲਈ ਵੀ ਮੈਨੂੰ ਕੁਝ ਨਾ ਕੁਝ ਤਾਂ ਯਤਨ ਕਰਨਾ ਪਏਗਾ ਨਾ। ਉਹਦੇ ਲਈ ਮੈਨੂੰ ਥੋੜ੍ਹਾ ਆਪਣੇ ਆਪ ਨੂੰ ਸਾਵਧਾਨ ਕਰਕੇ ਸਰੀਰ ਨੂੰ ਬਿਠਾਉਣਾ ਪਏਗਾ, ਬਾਣੀ ਪੜ੍ਹਨੀ ਪਏਗੀ, ਉਹਨੂੰ ਪ੍ਰੋਪਰ ਢੰਗ ਨਾਲ ਉਚਾਰ ਕੇ ਸੋਚਣਾ, ਸਮਝਣਾ, ਵਿਚਾਰਨਾ, ਸਾਰਾ ਕੁਝ, ਉਹ ਸਾਰਾ ਕੁਝ ਫਿਜ਼ੀਕਲੀ ਵੀ ਤੇ ਨਾਲ ਹੀ ਹੋਏਗਾ ਨਾ। ਜਿਹੜਾ ਸਰੀਰ ਹੈ ਉਹਨੇ ਵੀ ਤੇ ਇਨਵੋਲਵ ਹੋਣਾ ਹੈ ਨਾ ਕਿਸੇ ਕੰਮ ਦੇ ਵਿੱਚ। ਉਹ ਜਿਹੜੀਆਂ ਦੋਵੇਂ ਚੀਜ਼ਾਂ ਨੇ, ਮਨ ਤੇ ਸਰੀਰ ਦਾ, ਦੋਵਾਂ ਦਾ ਅਭਿਆਸ ਤੇ ਪ੍ਰੈਕਟਿਸ ਜਿਹੜੀ ਹੈ ਉਹ ਪੈਰਾਲਲ ਚੱਲਣੀ ਹੈ, ਇਕੱਠੀ ਚੱਲਣੀ ਹੈ। ਤੋ ਇਸੇ ਵਾਸਤੇ ਫਰਮਾਇਆ, ਕਹਿਣ ਲੱਗੇ ਤੂੰ ਸੁਚੇਤ ਨਹੀਂ ਹੋਇਆ, ਸਮਾਂਬੱਧ ਨਹੀਂ ਹੋਇਆ, ਵਕਤ ਦੀ ਸਾਰ ਤੇ ਕਦਰ ਨਹੀਂ ਕੀਤੀ, ਅਭਿਆਸ ਵਿੱਚ ਨਹੀਂ ਪਾਇਆ ਆਪਣੇ ਆਪ ਨੂੰ। ਜੀਵੰਦੜੋ ਮੋਇਓ, ਤੂੰ ਜਿਉਂਦਿਆਂ ਹੀ ਵਿਕਾਰ ਭੋਗ ਕੇ, ਆਲਸ ਭੋਗ ਕੇ ਮਿਰਤਕ ਸਮਾਨ ਹੋ ਗਿਆ। ਤੇਰੇ ਹੋਣ ਜਾਂ ਨਾ ਹੋਣ ਦਾ ਕੋਈ ਅਰਥ ਨਹੀਂ ਰਹਿ ਗਿਆ। ਤੂੰ ਨਹੀਂ ਹੈ ਤੇ ਕੋਈ ਫਰਕ ਨਹੀਂ ਹੈ, ਤੂੰ ਹੈ ਤੇ ਕੋਈ ਫਰਕ ਨਹੀਂ ਹੈ। ਜਿਹਨੂੰ ਆਪਾਂ ਕਹਿੰਦੇ ਨੇ ਤੂੰ ਤਾਂ ਮੇਰੇ ਲਈ ਜਿਉਂਦਾ ਹੀ ਮਰ ਗਿਆ, ਇਹਦਾ ਭਾਵ ਹੁੰਦਾ ਹੈ ਵੀ ਤੇਰਾ ਕੋਈ ਅਰਥ ਨਹੀਂ ਰਹਿ ਗਿਆ ਮੇਰੀ ਲਾਈਫ ਵਿੱਚ। ਤੇਰੇ ਹੋਣ ਜਾਂ ਨਾ ਹੋਣ ਦਾ ਮੈਨੂੰ ਨਾ ਕੋਈ ਨੁਕਸਾਨ ਹੈ ਤੇ ਨਾ ਕੋਈ ਫਾਇਦਾ ਹੈ। ਤੂੰ ਰਵੇਂ ਤੇ ਭਾਵੇਂ ਸਦੀ ਰਵੇਂ, ਨਾ ਰਵੇਂ ਤੇ ਭਾਵੇਂ ਅੱਜ ਵੀ ਨਾ ਰਵੇਂ, ਪਰ ਮੇਰੇ ਨਾਲੋਂ ਜਦੋਂ ਤੇਰਾ ਕਨੈਕਸ਼ਨ ਹੀ ਕੋਈ ਨਹੀਂ, ਸੰਬੰਧ ਹੀ ਕੋਈ ਨਹੀਂ, ਤਾਂ ਕੀ ਅਸੀਂ ਧਰਮ ਦੇ ਜਗਤ ਵਿੱਚ, ਕੀ ਆਤਮ ਜਗਤ ਵਿੱਚ ਅਸੀਂ ਜੇ ਅਭਿਆਸ ਵਿੱਚ ਆ ਤੇ ਅਸੀਂ ਜੀਵਤ ਹਾਂ, ਨਹੀਂ ਅਭਿਆਸ ਵਿੱਚ ਆ ਤੇ ਅਸੀਂ, ਸਾਡੇ ਹੋਣ ਜਾਂ ਨਾ ਹੋਣ ਦਾ ਧਰਮ ਦੀ ਦੁਨੀਆ 'ਚ ਕੋਈ ਮਤਲਬ ਨਹੀਂ ਰਹਿ ਗਿਆ। ਜੀਵੰਦੜੋ ਮੋਇ। ਫਿਰ ਫਰਮਾਇਆ, ਜੇ ਤੈਂ ਰੱਬ ਵਿਸਾਰਿਆ ਤਾਂ ਰੱਬ ਨਾ ਵਿਸਰਿਓ। ਤੂੰ ਰੱਬ ਨੂੰ ਭੁਲਾ ਦਿੱਤਾ, ਵੀ ਕਿਹੜਾ ਰੱਬ? ਤੂੰ ਕੋਈ ਮੰਦਾ ਅਮਲ ਕਰਨਾ ਹੈ, ਤੂੰ ਜਿਸ ਤਰ੍ਹਾਂ ਦਾ ਵੀ ਆਪਣੀ ਜ਼ਿੰਦਗੀ ਨੂੰ ਕਿਸੇ ਵਿਕਾਰ ਵਿੱਚ, ਔਗਣ ਵਿੱਚ, ਮੰਦੀ ਵਾਸ਼ਨਾ ਵਿੱਚ ਮੁਬਤਲਾ ਗ੍ਰਸਤ ਕਰਨਾ ਹੈ, ਤੂੰ ਤੇ ਭੁਲਾ ਕੇ ਉਲਝ ਗਿਆ। ਪਰ ਯਾਦ ਰੱਖ, ਤੂੰ ਰੱਬ ਨੂੰ ਭੁੱਲਿਆ ਨਹੀਂ। ਤੂੰ ਰੱਬ ਨੂੰ ਭੁਲਾ ਦਿੱਤਾ, ਪਰ ਤੂੰ ਰੱਬ ਦੇ ਚੇਤੇ ਵਿੱਚ ਹੈ। ਉਹ ਤੇਰੇ ਅਮਲਾਂ ਨੂੰ ਵੇਖ ਵੀ ਰਿਹਾ। ਉਹ ਤੇਰੇ, ਆਪਾਂ ਕਈ ਵਾਰ ਹੁੰਦਾ ਹੈ ਨਾ ਘਰ ਵਿੱਚ, ਮੰਨ ਲਓ ਮਨਾ ਕੀਤਾ ਗਿਆ ਸੀ ਵੀ ਤੁਸੀਂ ਸਕੂਲ ਦਾ ਕੰਮ ਕਰਨਾ ਹੈ ਜਾਂ ਘਰ ਦਾ ਕੰਮ ਕਰਨਾ, ਜਾਣਾ ਨਹੀਂ ਕਿਤੇ। ਤੇ ਕਈ ਵਾਰ ਹੋਣਾ ਘਰਦਿਆਂ ਨੇ ਥੋੜ੍ਹਾ ਆਰੇ ਲੱਗ ਜਾਣਾ ਆਪਣੇ, ਤੇ ਆਪਾਂ ਵੇਖਣਾ ਵੀ ਸਾਡੇ ਵੱਲ ਕਿਹੜਾ ਵੇਖਦੇ, ਨਿਕਲ ਚੱਲਦੇ ਆ। ਉਹ ਕਈ ਵਾਰ ਇਹ ਹੁੰਦਾ ਸੀ ਵੀ ਉਹ ਨੋਟ ਕਰ ਲੈਂਦੇ ਸਨ ਵੀ ਨਿਕਲ ਗਿਆ ਹੁਣ, ਪਰ ਉਹਨਾਂ ਨੂੰ ਮੰਨ ਲਓ ਆਪਾਂ ਚਲੇ ਵੀ ਜਾਈਏ, ਉਹਨਾਂ ਨੂੰ ਪਤਾ ਵੀ ਨਾ ਲੱਗੇ।
ਪਰ ਜਦੋਂ ਥੋੜ੍ਹੇ ਚਿਰ ਬਾਅਦ ਉਹ ਵੇਖਣਗੇ ਨਾ ਵੀ ਘਰੇ ਕਿਤੇ ਦਿਸਿਆ ਨਹੀਂ, ਨਾ ਕੋਈ ਕੰਮ ਕੀਤਾ ਹੈ, ਉਦੋਂ ਉਹਨਾਂ ਦੇ ਨੋਟਿਸ ਵਿੱਚ ਆ ਜਾਣਾ ਵੀ ਅੱਖ ਬਚਾ ਕੇ ਚਲਾ ਗਿਆ। ਤੇ ਹੁਣ ਆਪਾਂ ਜਦੋਂ ਆਉਣਾ, ਆਪਾਂ ਨੂੰ ਵੀ ਸੁੱਝਦੀ ਹੁੰਦੀ ਸੀ ਕਿ ਪਤਾ ਤਾਂ ਲੱਗ ਹੀ ਗਿਆ ਹੋਏਗਾ। ਮਨੁੱਖ ਕਈ ਵਾਰ ਆਪਣੇ ਆਪ ਨੂੰ ਜਤਾਉਣਾ ਚਾਹੁੰਦਾ ਵੀ ਮੈਨੂੰ ਕਿਸੇ ਨੇ ਵੇਖਿਆ ਨਹੀਂ, ਮੈਨੂੰ ਮਾਂ ਨੇ ਨਹੀਂ ਵੇਖਿਆ, ਪਿਓ ਨੇ ਨਹੀਂ ਵੇਖਿਆ, ਵੱਡਿਆਂ ਨੇ, ਘਰਦਿਆਂ ਨੇ ਵੇਖਿਆ ਨਹੀਂ, ਪਰ ਉਹ ਵੇਖ ਲੈਂਦੇ ਸਨ ਕਈ ਵਾਰ ਤੇ ਨੋਟ ਕਰਦੇ ਸਨ ਵੀ ਕਰਦਾ ਕੀ ਆ। ਤੇ ਫਿਰ ਜਦੋਂ ਮਾਰ ਪੈਣੀ ਇੱਕੇ ਵਾਰ ਹੀ ਪੈਣੀ, ਜਦੋਂ ਨਾ ਪੁੱਛਣਾ ਤੇ ਇੱਕੇ ਵਾਰ ਹੀ ਪੁੱਛਣਾ, ਹਾਂ ਵੀ ਤੂੰ ਕੀ ਸੋਚਿਆ, ਵੀ ਤੈਨੂੰ ਸਾਨੂੰ ਪਤਾ ਕੱਖ ਨਹੀਂ। ਹੁਣ ਸਾਡੇ ਚਿੱਤੋਂ ਤਾਂ ਉਹ ਭੁੱਲੜ ਨੇ, ਅਸੀਂ ਉਹਨਾਂ ਨੂੰ ਧੋਖਾ ਦੇ ਲਿਆ, ਅਸੀਂ ਉਹਨਾਂ ਨੂੰ ਇਉਂ ਰਿਐਕਟ ਕੀਤਾ ਵੀ ਤੁਹਾਨੂੰ ਪਤਾ ਕੱਖ ਨਹੀਂ ਲੱਗਾ, ਬੇਸਿਕਲੀ ਉਹਨਾਂ ਨੂੰ ਪਤਾ ਲੱਗ ਗਿਆ। ਹੁਣ ਮਨੁੱਖ ਜਦੋਂ ਜੀਵਨ ਪੰਧ ਵਿੱਚ ਕੋਈ ਕਰਮ ਕਰਦਾ ਤੇ ਉਹ ਇਵੇਂ ਰਿਐਕਟ ਕਰਦਾ ਵੀ ਕਿਹਨੂੰ ਪਤਾ ਲੱਗਾ, ਹੁਣ ਰੱਬ ਨੂੰ ਕੀ ਪਤਾ, ਫਿਰ ਕੀ ਹੋਇਆ। ਪਰ ਮਹਾਰਾਜ ਕਹਿੰਦੇ ਨੇ ਨਹੀਂ, ਤੂੰ ਰੱਬ ਦੇ ਚੇਤੇ ਵਿੱਚ ਹੈ, ਤੇਰੇ ਚੇਤੇ ਵਿੱਚ ਪਰਮੇਸ਼ਰ ਨਹੀਂ। ਤੇ ਇਹਦਾ ਮਤਲਬ ਇਹ ਨਹੀਂ ਵੀ ਰੱਬ ਪਰਮੇਸ਼ਰ ਅੱਲਾ ਵੀ ਤੇਰੇ ਵਰਗਾ ਭੁੱਲੜ ਹੈ, ਨਹੀਂ, ਉਹ ਜਾਣਦਾ ਹੈ। ਇੱਕ ਵਾਕ ਬਾਣੀ ਚਾਹੁੰਦਾ ਹੈ, ਹੱਟ ਕਹਿੰਦੇ ਨੇ ਦੁਕਾਨ ਨੂੰ, ਪੱਟਣ ਕਹਿੰਦੇ ਜਿੱਥੇ ਬਹੁਤੀਆਂ ਹੱਟੀਆਂ ਹੋਣ, ਬਾਜ਼ਾਰ, ਹੱਟ ਪੱਟਣ ਬਿਜ ਮੰਦਰ ਭੰਨ, ਪੱਕੇ ਮਹਿਲ ਮਾੜੀਆਂ ਸੋਹਣੇ ਘਰ ਜਿਹੜੇ ਨੇ ਉਹਨਾਂ ਦੀ ਚੋਰੀ ਕਰੇ, ਦੁਕਾਨ ਲੁੱਟ ਲੈ, ਬਾਜ਼ਾਰ ਲੁੱਟ ਲੈ, ਘਰ ਤੱਕ ਲੁੱਟ ਲੈ, ਕਰ ਚੋਰੀ ਕਰਿਆ ਹੋਵੇ। ਕੋਈ ਬੰਦਾ ਚੋਰੀ ਕਰਕੇ ਤੇ ਰਵਾਂ ਰਵੀਂ ਜਿੱਥੇ ਉਹਨੇ ਪਹੁੰਚਣਾ ਹੈ ਆਪਣੀ ਜਗ੍ਹਾ ਤੇ ਪਹੁੰਚ ਜਾਏ। ਹੁਣ ਜਦੋਂ ਬੰਦਾ ਇਹ ਕਰਨ ਜਾਏਗਾ, ਉਹ ਪਹਿਲੋਂ ਵੀ ਵੇਖੇਗਾ, ਕਰਦਿਆਂ ਵੀ ਆਸਾ ਪਾਸਾ ਵੇਖੇਗਾ, ਤੇ ਕਰਨ ਤੋਂ ਬਾਅਦ ਵੀ ਉਹ ਸਾਰੀ ਸਿਚੁਏਸ਼ਨ ਨੂੰ ਬਿਲਕੁਲ ਉਹਨੂੰ ਤੱਕਦਾ ਰਹੇਗਾ, ਉਹਦੇ ਪ੍ਰਤੀ ਮਗਨ ਰਹੇਗਾ, ਧਿਆਨ ਇਕਾਗਰ ਕਰਕੇ। ਮੈਨੂੰ ਜਾਂਦਿਆਂ ਕਿਹਨੇ ਵੇਖਿਆ, ਕੰਮ ਕਰਦਿਆਂ ਤਾਂ ਕਿਸੇ ਨੇ ਵੇਖਿਆ, ਆਉਂਦਿਆਂ ਕਿਸੇ ਨਾ ਵੇਖਿਆ, ਮੈਨੂੰ ਨੋਟਿਸ ਕਿਹਨੇ ਕੀਤਾ। ਹੁਣ ਜਦੋਂ ਉਹਨੂੰ ਲੱਗਦਾ ਹੈ ਨਾ, ਉਹ ਖੁਦ ਸੈਟਿਸਫਾਈ ਹੋ ਜਾਂਦਾ ਆਪਣੇ ਆਪ ਵਿੱਚ ਵੀ ਨਹੀਂ, ਮੈਨੂੰ ਨਾ ਜਾਂਦਿਆਂ ਵੇਖਿਆ, ਨਾ ਕਰਦਿਆਂ ਵੇਖਿਆ, ਨਾ ਵਾਪਸ ਆਉਂਦਾ, ਕੀ ਫਰਕ ਪਿਆ, ਚਲੋ ਛੁੱਟ ਗਈ ਗੱਲ। ਉਹ ਆਪਣੀ ਤਰਫੋਂ ਆਪਣੇ ਆਪ ਨੂੰ ਤਸੱਲੀ ਦਿੰਦਾ ਵੀ ਚਲੋ ਕਿਸੇ ਨੂੰ ਪਤਾ ਹੀ ਨਹੀਂ ਲੱਗਾ ਜਦੋਂ। ਪਰ ਮੇਰੇ ਹਜ਼ੂਰ ਕਹਿੰਦੇ ਨੇ, ਤੁਝ ਤੇ ਕਹਾਂ ਛੁਪਾਵੇ, ਪਰ ਤੇਰੇ ਤੋਂ ਗੁੱਝਾ ਕਿਵੇਂ ਰਹਿ ਸਕਦਾ, ਸਿਰਜਣਹਾਰ ਵਾਹਿਗੁਰੂ ਤੋਂ ਕਿਵੇਂ ਲੁਕਾ ਲੈ ਸਕਦਾ ਸੀ ਉਹ ਇਸ ਚੀਜ਼ ਨੂੰ। ਤੇ ਉਹ ਸਿਰਜਣਹਾਰ ਵਾਹਿਗੁਰੂ, ਉਹਨੂੰ ਕੋਈ ਸਾਧਨ ਲੈ ਕੇ ਉੱਥੇ ਪਹੁੰਚਣ ਦੀ ਲੋੜ ਨਹੀਂ ਸੀ, ਨਾ ਉਹਨੂੰ ਇਹਨਾਂ ਸਾਡੀਆਂ ਜ਼ਾਹਰਾ ਅੱਖਾਂ ਨਾਲ ਵੇਖ, ਉਹ ਸਾਡੇ ਅੰਦਰ ਹੀ ਬੈਠਾ ਸੀ, ਸਾਡੇ ਅੰਤਰਾਤਮੇ, ਸਾਡੇ ਵਜੂਦ ਵਿੱਚ ਹੀ ਹੈ। ਜਾਨੀ ਕਿ ਬੰਦਾ ਸਾਰੀ ਦੁਨੀਆ ਤੋਂ ਛੁੱਟ ਸਕਦਾ ਹੈ, ਆਪਣੇ ਆਪ ਤੋਂ ਕਦੇ ਨਹੀਂ ਛੁੱਟ ਸਕਦਾ। ਮਨੁੱਖ ਦਾ ਆਪਣਾ ਆਪ ਵਿੱਚ ਹੈ ਨਾ, ਆਪਣੀ ਚੇਤਨਾ ਜਿਹੜੀ ਵਿੱਚ ਲੱਗੀ ਹੋਈ ਹੈ ਕੰਮ ਕਰਨ ਦੇ, ਉਹਨੂੰ ਧੋਖਾ ਨਹੀਂ ਦੇ ਸਕਦਾ। ਤਾਂ ਬਾਬਾ ਫਰੀਦ ਸਾਹਿਬ ਜਾਗਤ ਹਨ, ਜੀਵਤ ਹਨ ਔਰ ਸੁਚੇਤ ਹਨ ਆਤਮਿਕ ਤੌਰ ਤੇ। ਇਸ ਕਰਕੇ ਉਹ ਆਪਣੇ ਆਪ ਨੂੰ ਵਿੱਚ ਇਨਵੋਲਵ ਕਰਕੇ ਕਹਿੰਦੇ ਨੇ ਵੀ ਖੁਦਾ ਤੋਂ ਕੋਈ ਦੂਰ ਨਹੀਂ ਹੋ ਸਕਦਾ, ਤੇ ਨਾ ਖੁਦਾ ਦੇ ਜ਼ਿਹਨ, ਖੁਦਾ ਦੇ ਚੇਤੇ ਵਿੱਚੋਂ ਕੋਈ ਨਿਕਲ ਸਕਦਾ ਹੈ। ਅਸੀਂ ਭਾਵੇਂ ਜਿਹੋ ਜਿਹਾ ਮਰਜ਼ੀ ਰਿਐਕਟ, ਧੋਖੇ ਜ਼ਾਲਸਾਜ਼ੀਆਂ ਕਰਦਿਆਂ ਕਰੀਏ, ਵੀ ਰੱਬ ਨੂੰ ਕੀ ਪਤਾ ਹੈ, ਪਰਮੇਸ਼ਰ ਨੂੰ ਕੀ ਪਤਾ ਹੈ। ਤੋ ਅੱਗੇ ਜਾ ਕੇ ਫਰਮਾਉਂਦੇ ਹਨ, ਅਗਲਾ ਜਿਹੜਾ ਸ਼ਲੋਕ ਹੈ ਉਹ ਪੰਚਮ ਪਾਤਸ਼ਾਹ ਗੁਰੂ ਅਰਜਨ ਸਾਹਿਬ ਦਾ ਹੈ। ਆਪਾਂ ਅਖੀਰ ਤੇ ਜਾ ਕੇ ਸਾਰਾ ਵੇਖਾਂਗੇ ਕਿੰਨੇ ਸ਼ਲੋਕ ਫਰੀਦ ਸਾਹਿਬ ਜੀ ਦੇ, ਕਿੰਨੇ ਤੀਸਰੇ ਪਾਤਸ਼ਾਹ ਦੇ, ਕਿੰਨੇ ਸ਼ਲੋਕ ਗੁਰੂ ਅਰਜਨ ਸਾਹਿਬ ਇਤਿਆਦਿਕ। ਤੋ ਅਗਲਾ ਸ਼ਲੋਕ ਹੈ ਮਹੱਲਾ ਪੰਜਵਾਂ। ਫਰੀਦਾ ਕੰਤ ਰੰਗਾਵੜਾ, ਵੱਡਾ ਵੇ ਮੁਹਤਾਜ, ਅੱਲਾ ਸੇਤੀ ਰਤਿਆ, ਇਹ ਸਚਾਵਾਂ ਸਾਜ। ਕੰਤ ਦਾ ਮਤਲਬ ਹੁੰਦਾ ਹੈ ਖਸਮ, ਪਤੀ, ਮਾਲਕ, ਸਿਰ ਦਾ ਸਾਈਂ। ਤੋ ਇਹਦਾ ਭਾਵ ਹੈ ਮੇਰਾ ਅੱਲਾਹ, ਮੇਰਾ ਖੁਦਾ, ਮੇਰਾ ਰੱਬ, ਮੇਰਾ ਪਰਮੇਸ਼ਰ, ਅਕਾਲ ਪੁਰਖ, ਮੇਰਾ ਸਿਰਜਣਹਾਰ। ਫਰੀਦਾ ਕੰਤ ਰੰਗਾਵਲ। ਹੁਣ ਇੱਥੇ ਵੀ ਸ਼ਬਦ ਫਰੀਦਾ ਵਰਤ ਕੇ, ਹਾਲਾ ਸ਼ਲੋਕ ਗੁਰੂ ਅਰਜਨ ਸਾਹਿਬ ਮਹਾਰਾਜ, ਸ਼ਬਦ ਫਰੀਦਾ, ਇਹਦਾ ਭਾਵ ਹੈ ਵੀ ਉਹ ਫਰੀਦ ਸਾਹਿਬ ਦੇ ਸ਼ਲੋਕਾਂ ਦੀ ਵਿਆਖਿਆ ਵਿੱਚ ਜੋ ਲਿਖਿਆ, ਇਸ ਕਰਕੇ ਉਹਨਾਂ ਦਾ ਨਾਂ ਜ਼ਰੂਰ ਵਿੱਚ ਪਾਇਆ। ਫਰੀਦ ਸਾਹਿਬ ਨੂੰ ਕੁਝ ਸਮਝਾ ਨਹੀਂ ਰਹੇ,
ਫਰੀਦ ਸਾਹਿਬ ਤਾਂ ਉਹਨਾਂ ਦੇ ਸਮੇਂ ਤੋਂ ਕਿਤੇ ਪਹਿਲਾਂ ਸਰੀਰਕ ਰੂਪ ਵਿੱਚ ਇਸ ਸੰਸਾਰ ਤੋਂ ਉਹਨਾਂ ਦਾ ਸਰੀਰਕ ਜਿਹੜੀ ਹਸਤੀ ਹੈ ਉਹ ਚਲਾਣਾ ਕਰ ਗਏ ਸਨ। ਤੇ ਫਰੀਦ ਸਾਹਿਬ ਨੂੰ ਕੋਈ ਉਪਦੇਸ਼ ਨਹੀਂ ਦਿੱਤਾ ਜਾ, ਬਲਕਿ ਫਰੀਦ ਸਾਹਿਬ ਦੇ ਸ਼ਲੋਕ ਦੀ ਵਿਆਖਿਆ ਹੋ ਰਹੀ, ਇਸ ਕਰਕੇ ਗੱਲ ਉਹਨਾਂ ਦੇ ਨਾਂ ਹੇਠ ਕੀਤੀ ਜਾ ਰਹੀ। ਫਰੀਦਾ ਕੰਤ ਰੰਗਾਵਲਾ, ਰੰਗ ਆਵਲਾ, ਰੰਗ ਵਾਲਾ, ਸੋਹਣਾ, ਸੁਹੱਪਣ ਵਾਲਾ, ਜਿਹੜਾ ਚੰਗਾ ਲੱਗਦਾ ਹੋਵੇ। ਉਹਨੂੰ ਬਾਣੀ ਦੇ ਵਿੱਚ ਲਾਲ ਰੰਗੀਲੇ ਪ੍ਰੀਤਮ ਮਨ ਨੂੰ, ਜਦੋਂ ਲਾਲ ਸ਼ਬਦ ਵਰਤਿਆ ਇਹਦਾ ਮਤਲਬ ਹੁੰਦਾ ਕੀਮਤੀ, ਤੂੰ ਮੇਰੇ ਲਈ ਕੀਮਤੀ ਹੈ। ਮਾਂ ਆਪਣੇ ਬੱਚਿਆਂ ਕੀ ਮੇਰਾ ਲਾਲ, ਇਹ ਮਤਲਬ ਹੁੰਦਾ ਤੂੰ ਮੇਰੇ ਲਈ ਬੜਾ ਕੀਮਤੀ ਹੈ। ਉਹਦਾ ਭਾਵ ਹੁੰਦਾ ਗੱਲ ਦੇ ਪਿੱਛੇ ਲਾਲ ਰੰਗੀਲੇ, ਹੇ ਮੇਰੇ ਕੀਮਤੀ, ਮੇਰੇ ਲਈ ਕੀਮਤੀ, ਮੇਰੇ ਲਈ ਸੋਹਣੇ ਚੰਗੇ ਰੰਗ ਵਾਲੇ, ਪ੍ਰੀਤਮ ਮੇਰੇ ਪਿਆਰੇ, ਮਨ ਮੋਹਨ ਮਨ ਨੂੰ ਮੋਹ ਲੈਣ ਵਾਲੇ, ਜਿਹਦੇ ਪ੍ਰਤੀ ਮਨ ਦੀ ਖਿੱਚ ਬਣੀ ਹੋਵੇ। ਤੇਰੇ ਦਰਸ਼ਨ ਕਉ ਹਮ ਬਾਰੇ। ਅਸੀਂ ਤੇ ਇਹ ਸ਼ਬਦ ਕੇਵਲ ਪੜ੍ਹਦੇ ਹਾਂ, ਮਹਾਰਾਜ ਇਹਨਾਂ ਦਾ ਰਸ ਗ੍ਰਹਿਣ ਕਰਦੇ ਹਾਂ। ਜਦੋਂ ਇਹ ਸ਼ਬਦਾਂ ਨੂੰ ਉਹ ਲਿਖਦੇ ਹੋਣਗੇ ਜਾਂ ਇਹ ਕਹਿੰਦੇ ਹੋਣਗੇ, ਤੇ ਉਹ ਪਿੱਛੇ ਉਹਨਾਂ ਦਾ ਭਾਵ ਜਿਹੜਾ ਹੈ ਨਾ, ਇਹਨਾਂ ਸ਼ਬਦਾਂ ਦੇ ਇਕੱਲੇ ਇਕੱਲੇ ਸ਼ਬਦ ਦੇ ਪਿੱਛੇ ਜਿਹੜੀ ਭਾਵਨਾ ਹੈ, ਜਿਹੜੀ ਫੀਲਿੰਗ ਹੈ, ਉਹਨਾਂ ਦੇ ਅੰਦਰ ਜਿਹੋ ਜਿਹੀ ਫੀਲਿੰਗ ਹੈ, ਕਹਿ ਲਓ ਵੀ ਉਹਨਾਂ ਨੇ ਉਹੋ ਜਿਹੇ ਸ਼ਬਦਾਂ ਦੀ ਵਰਤੋਂ ਇਵੇਂ ਕੀਤੀ। ਤੇ ਇੱਥੋਂ ਅੰਦਾਜ਼ਾ ਲਾ ਸਕਦੇ ਵੀ ਉਹਨਾਂ ਦੇ ਮਨ ਅੰਦਰ ਕੀ ਹੈ, ਉਹਨਾਂ ਦੀ ਸੁਰਤ ਅੰਦਰ ਕੀ ਹੈ। ਲਾਲ ਰੰਗੀਲੇ ਪ੍ਰੀਤਮ ਮਨ ਮੋਹਨ। ਇੱਥੇ ਸ਼ਬਦ ਵਰਤਿਆ ਫਰੀਦਾ ਕੰਤ ਰੰਗਾਵਲਾ, ਬੜਾ ਸੋਹਣਾ ਸੁਹੱਪਣ ਵਾਲਾ, ਖੂਬਸੂਰਤ, ਵੱਡਾ ਵੇ ਮੁਹਤਾਜ, ਬੜਾ ਵੱਡਾ ਹੈ, ਉਹਦੀ ਹਸਤੀ ਬੜੀ ਉੱਚੀ, ਵਡਿਆਈ ਵਾਲਾ ਹੈ। ਵੇ ਮੁਹਤਾਜ ਦਾ ਮਤਲਬ ਹੈ ਉਹਨੂੰ ਕਿਸੇ ਦੀ ਮੁਥਾਜੀ ਕੋਈ ਨਹੀਂ। ਮੁਥਾਜੀ ਦਾ ਮਤਲਬ ਹੁੰਦਾ ਹੈ ਕਿਸੇ ਚੀਜ਼ ਉੱਤੇ ਡਿਪੈਂਡ ਹੋਣਾ। ਮੁਥਾਜ ਆਪਾਂ ਕਹਿੰਦੇ ਮੁਹਤਾਜ ਹੈ, ਇਹ ਡਿਪੈਂਡ ਹੈ ਕਿਸੇ ਚੀਜ਼ ਦੇ ਉੱਤੇ, ਪਰ ਉਹ ਕਿਸੇ ਤੇ ਡਿਪੈਂਡ ਨਹੀਂ ਹੈ। ਖਿਮਾ ਕਰਨਾ ਨਾ ਉਹ ਸਾਡੇ ਪੂਜਾ ਪ੍ਰਤਿਸ਼ਠਾ ਤੇ ਡਿਪੈਂਡ ਹੈ। ਅਸੀਂ ਉਹਨੂੰ ਯਾਦ ਕਰੀਏ ਨਾ ਕਰੀਏ, ਸਾਡੀ ਵੱਲੋਂ ਕੀਤੀ ਜਾ ਰਹੀ ਵਡਿਆਈ ਤੇ ਵੀ ਵੱਡਾ ਦਾਤਾ ਤਿਲ ਨਾ ਤਮਾ, ਤਮਾ ਹੀ ਹੈ ਨਹੀਂ, ਤਿਲ ਮਾਤਰ ਤਮਾ ਨਹੀਂ। ਨਾ ਤੂੰ ਆਵੇਂ ਵਸ ਬਹੁਤ ਕਿਣਾਵਣੇ, ਨਾ ਤੂੰ ਆਵੇਂ ਵਸ ਵੇਦ ਪੜ੍ਹਾਵਣੇ, ਨਾ ਤੂੰ ਆਵੇਂ ਵਸ ਤੀਰਥ ਨਹਾਈਐ, ਨਾ ਤੂੰ ਆਵੇਂ ਵਸ ਧਰਤੀ ਧਾਈਐ, ਨਾ ਤੂੰ ਆਵੇਂ ਵਸ ਕਿਤੈ ਸਿਆਣਪੈ, ਨਾ ਤੂੰ ਆਵੇਂ ਵਸ ਬਹੁਤਾ ਦਾਨ ਦੇ। ਬੰਦਾ ਸੋਚਦਾ ਰਹਿੰਦਾ ਮੈਂ ਤਾਂ ਆਸਾਨ ਕੀਤਾ, ਮੈਂ ਰੱਬ ਅੱਗੇ ਅਰਦਾਸ ਕੀਤੀ, ਆਸਾਨ ਕੀਤਾ, ਪਾਠ ਕੀਤਾ, ਆਸਾਨ ਕੀਤਾ, ਸੇਵਾ ਕੀਤੀ, ਆਸਾਨ ਕੀਤਾ, ਵੇਖੋ ਮੈਂ ਤੀਰਥ ਤੇ ਜਾ ਆਇਆ, ਆਸਾਨ ਕੀਤਾ, ਮੈਂ ਰੱਬ ਰੱਬ ਕਿਹਾ, ਆਸਾਨ ਕੀਤਾ। ਈਵਨ ਕਿਸੇ ਰੱਬ ਦੇ ਪ੍ਰਤੀ ਉਲਟ ਖਿਆਲ ਰੱਖ, ਯਾਨੀ ਕਿ ਨਾ ਮੰਨਣ ਵਾਲੇ ਦੇ ਨਾਲ ਡਿਬੇਟ ਹੀ ਬੰਦਾ ਕਰ ਲੈ 5-7 ਮਿੰਟ, ਨਹੀਂ ਰੱਬ ਤੇ ਹੈ, ਉਹ ਕਹੇਗਾ ਮੈਂ ਤਾਂ ਨਹੀਂ ਮੰਨਦਾ। ਆਪਾਂ ਕਹਿੰਦੇ ਨਹੀਂ ਹੈ, ਵੇਖ ਕੇ ਸੰਸਾਰ ਕਿੰਨੇ ਬਣਾਇਆ, ਦੁਨੀਆ ਕਿੰਨੇ ਘੜੀ, ਸਾਹ ਕਿੰਨੇ ਬਣਾਇਆ। ਆਪਾਂ 5-7 ਮਿੰਟ ਐਵੇਂ ਕਰਕੇ ਵੀ ਮਨ 'ਚ ਸੋਚਦੇ ਹਾਂ, ਲੈ ਇੱਕ ਬੰਦੇ ਨੂੰ ਤਾਂ ਮੈਂ ਰੱਬ ਬਾਰੇ ਇੰਨਾ ਦੱਸਿਆ, ਇੱਕ ਬੰਦੇ ਨੂੰ ਮੈਂ ਰੀਅਲਾਈਜ਼ ਕਰਾਇਆ, ਮਹਿਸੂਸ ਕਰਾਇਆ, ਗਿਆਨ ਦਿੱਤਾ, ਜਾਣਕਾਰੀ ਦਿੱਤੀ ਵੀ ਰੱਬ ਤੇ ਹੈ, ਤੇ ਮਨ ਵਿੱਚ ਇਹ ਭਾਵ ਆਉਂਦਾ ਮੈਂ ਕਿੱਡਾ ਵੱਡਾ ਸਾਨ ਕੀਤਾ, ਇਹਨੂੰ ਤਾਂ ਰੱਬ ਬਾਰੇ ਪਤਾ ਹੀ ਨਹੀਂ ਸੀ ਲੱਗਣਾ। ਜਾਨੀ ਕਿ ਉੱਥੇ ਵੀ ਜੇ ਸਾਡੇ ਭਾਵ ਵਿੱਚ ਇਹ ਹੈ ਨਾ ਵੀ ਮੈਂ ਰੱਬ ਲਈ ਕੁਝ ਕੀਤਾ ਹੈ, ਰੱਬ ਲਈ, ਜਦੋਂ ਅਸੀਂ ਕਹਿੰਦੇ ਰੱਬ ਲਈ ਕੀਤਾ, ਕੀ ਰੱਬ ਮੁਹਤਾਜ, ਉਹਨੂੰ ਜ਼ਰੂਰਤ ਹੈ ਸਾਡੀ ਕਿ ਸਾਨੂੰ ਉਹਦੀ ਜ਼ਰੂਰਤ ਹੈ? ਇਹ ਡਿਸਾਈਡ ਕਰਨਾ ਪਏਗਾ ਧਰਮ ਮਾਰਗ ਤੇ ਚੱਲਣ ਵਾਲੇ ਨੂੰ ਵੀ ਮੈਨੂੰ ਉਹਦੀ ਲੋੜ ਹੈ ਕਿ ਉਹਨੂੰ ਮੇਰੀ ਲੋੜ ਹੈ। ਉਹਨੂੰ ਮੇਰੀ ਕੀ ਲੋੜ ਹੋ ਸਕਦੀ, ਉਹਨੂੰ ਮੇਰੀ ਕੀ ਜ਼ਰੂਰਤ ਹੈ, ਮੇਰੇ ਤੇ ਇੰਨਾ ਡਿਪੈਂਡ ਕਿਉਂ ਹੈ, ਉਹਨੂੰ ਕਿਹੜੀ ਮੁਥਾਜੀ ਹੈ ਮੇਰੇ ਕੋਲ, ਉਹਨੂੰ ਕੀ ਐਸੀ ਕਿਹੜੀ ਕਾਣ ਹੈ ਵੀ ਮੈਂ ਉਹਦੀ ਲੋੜ ਪੂਰੀ ਕਰ, ਮੇਰੀ ਹਸਤੀ ਕੀ ਉਹਦੇ ਸਾਹਮਣੇ? ਨਹੀਂ, ਮੇਰੀ ਲੋੜ ਹੈ, ਮੇਰੀ ਲੋੜ ਹੈ ਉਸ ਦੀ ਵਡਿਆਈ ਕਰਨਾ, ਮੇਰੀ ਲੋੜ ਹੈ ਉਸ ਦੀ ਬੰਦਗੀ ਕਰਨਾ, ਮੇਰੀ ਲੋੜ ਹੈ ਸੇਵਾ ਕਰਨਾ, ਮੇਰੀ ਲੋੜ ਹੈ ਬਾਣੀ ਪੜ੍ਹਨਾ, ਮੇਰੀ ਲੋੜ ਹੈ ਨੇਕੀ ਤੇ ਚੰਗੇ ਅਮਲ ਕਮਾਉਣਾ। ਉਹਨੂੰ ਮੇਰੀ ਕੋਈ ਲੋੜ।
मैं तो ਉਹਦੀ दृष्टि ਵਿੱਚ ਪ੍ਰਵਾਨ ਚੜ੍ਹਨ ਵਾਸਤੇ ਇਹ ਸਾਰੇ ਕੰਮ ਕਰ ਰਿਹਾ, मैं तो अपने भले ਲਈ कर ਰਿਹਾ, अपने कल्याण ਲਈ कर ਰਿਹਾ। ਤੇ ਜਦੋਂ ਅਹਿਸਾਨ ਦਾ ਭਾਵ ਸਾਡੇ ਮਨ 'ਚ ਆ ਗਿਆ, ਹਉਮੈ ਆਏ, मैं ਕੀਤਾ, मैं ਚੰਗਾ ਕੀਤਾ, ईगो ਵੱਜ जाए, हौमे ਵੱਜ जाए, हम किया हम करेंगे, हम मूर्ख गावार, करने वाला विसरिया। तो फरमाउंदे ने वो वे मुथाज, उन्होंने मुथाजी किसी की कोई चीज़ नहीं, किसी किस्म की मुथाजी नहीं, उसनों अल्लाह सेती रत्तियां अल्लाह ताला नाल उस सदीव काल सच परमेश्वर दे प्रेम मुहब्बत विच रते जाए, उस दे प्रेम नूं ऑबजर्व करके उहदी याद नूं हिरदे विच वसा के की हुंदा है, ये सचावां साज। सचावां दा मतलब हुंदा सच वाला, सोहना। साज कहंदे ने बनतर नूं, साजिया होया। कहंदे इस जीवन की बनतर बड़ी सोहनी बन जाती है, इस जीवन की बनतर विच सच वस जाता है। शब्द बड़ा बाकमाल है, साज। साज कहंदे ने बनतर नूं, स्ट्रक्चर नूं। भी ज्यों ज्यों तुसीं उहदी मुहब्बत विच रते जाओ, उहनूं बेप्रवाह समझ के उहदी बेप्रवाही तो प्रभावित होई जाओ, ज्यों ज्यों उसनूं सोहना ते खूबसूरत समझ के उस नाल मुहब्बत करो, मेरे हजूर कहंदे ने तुहाडी बनतर विच सच वस जांदा, तुहाडी सुरत उहदे रंग विच रंगी जांदी। महाराज बख्शिश करन, अगले श्लोकां दी विचार अगले दीवाना विच करन दा यतन करांगे। पातशाह होईयां भुल्लां चुकां दी खिमा बख्शण। आप सबना दा धन्नवाद। वाहिगुरू जी का खालसा, वाहिगुरू जी की फतेह।